ਸਭ ਤੋਂ ਖਤਰਨਾਕ ਹੁੰਦਾ ਹੈ ਮੁਰਦਾ ਸ਼ਾਂਤੀ ਨਾਲ ਭਰ ਜਾਣਾ, ਨਾ ਹੋਣਾ ਤੜਫਦਾ, ਸਭ ਸਹਿਣ ਕਰੀ ਜਾਣਾ, ਘਰਾਂ ਤੋਂ ਨਿਕਲਣਾ ਕੰਮ ਤੇ ਕੰਮਾਂ ਤੋਂ ਘਰ ਜਾਣਾ। ਸਭ ਤੋਂ ਖਤਰਨਾਕ ਹੁੰਦਾ ਹੈ ਸਾਡੇ ਸੁਪਨਿਆਂ ਦਾ ਮਰ ਜਾਣਾ। ਸੋ ਪਾਸ਼ ਦੀਆਂ ਇਹਨਾਂ ਸਤਰਾਂ ਨਾਲ ਮੇਜਰ ਮੰਗਟ ਦੀ ਪੌਡਕਾਸਟ ਸਮੇਲ ਲੜੀ ਨੰਬਰ 9 ਵਿੱਚ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਹੈ। ਉਮੀਦ ਕਰਦਾ ਹਾਂ ਕਿ ਤੁਸੀਂ ਦੁਨੀਆ ਦੇ ਜਿਹੜੇ ਹਿੱਸੇ ਵਿੱਚ ਵੀ ਬੈਠੇ ਹੋਵੋਗੇ ਤੇ ਤੰਦਰੁਸਤੀਆਂ ਖੁਸ਼ੀਆਂ ਮਾਣ ਰਹੇ ਹੋਵੋਗੇ। ਤੇ ਨਾਲ ਦੀ ਨਾਲ ਮੈਂ ਤੁਹਾਨੂੰ ਇਹ ਅਪੀਲ ਕਰਾਂਗਾ ਕਿ ਜੇਕਰ ਤੁਸੀਂ ਹੁਣ ਤੱਕ ਇਸ ਪ੍ਰੋਗਰਾਮ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਕਿਰਪਾ ਕਰਕੇ ਇਸ ਪ੍ਰੋਗਰਾਮ ਨੂੰ ਸਬਸਕ੍ਰਾਈਬ ਕਰੋ ਤੋਂ ਪਸੰਦ ਕਰੋ, ਤਾਂ ਕਿ ਜਿਹੜੇ ਆਉਣ ਵਾਲੇ ਪ੍ਰੋਗਰਾਮ ਨੇ ਉਹ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕਣ। ਸੋ ਇਹ ਬਿਲਕੁਲ ਮੁਫਤ ਹੈ, ਭਾਵੇਂ ਤੁਸੀਂ ਦੁਨੀਆ ਦੇ ਕਿਸੇ ਵੀ ਹਿੱਸੇ 'ਚ ਬੈਠੇ ਹੋ ਤੇ ਇਹ ਪ੍ਰੋਗਰਾਮ ਤੁਹਾਨੂੰ ਨਾਲ ਦੀ ਨਾਲ ਮਿਲਦੇ ਰਹਿਣਗੇ ਅਤੇ ਇੱਕ ਸਾਹਿਤਕ ਪ੍ਰੋਗਰਾਮ ਲਈ ਇੱਕ ਸਹਿਯੋਗ ਵੀ ਹੋ ਜਾਏਗਾ। ਸੋ ਦੋਸਤੋ, ਅੱਜ ਦਾ ਜਿਹੜਾ ਪ੍ਰੋਗਰਾਮ ਹੈ ਇਹ ਆਪਾਂ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਨੂੰ, ਰਾਜਗੁਰੂ ਨੂੰ ਅਤੇ ਸੁਖਦੇਵ ਨੂੰ ਸਮਰਪਿਤ ਕਰ ਰਹੇ ਹਾਂ, ਕਿਉਂਕਿ ਤੁਸੀਂ ਜਾਣਦੇ ਹੀ ਹੋ ਕਿ 23 ਮਾਰਚ 1931 ਨੂੰ ਇਹਨਾਂ ਤਿੰਨਾਂ ਆਜ਼ਾਦੀ ਦੇ ਸੰਗਰਾਮੀਆਂ ਨੂੰ, ਯੋਧਿਆਂ ਨੂੰ ਬ੍ਰਿਟਿਸ਼ ਹਕੂਮਤ ਵੱਲੋਂ ਫਾਂਸੀ ਤੇ ਲਟਕਾ ਦਿੱਤਾ ਗਿਆ ਸੀ। ਸੋ ਇਸੇ ਤਰ੍ਹਾਂ ਜਿਹੜਾ ਅੱਜ ਦਾ ਪ੍ਰੋਗਰਾਮ ਹੈ ਇਹ ਇਨਕਲਾਬੀ ਕਵੀ ਪਾਸ਼ ਨੂੰ ਵੀ ਸਮਰਪਿਤ ਹੈ। ਤੇ ਤੁਹਾਨੂੰ ਪਤਾ ਹੋਵੇਗਾ ਕਿ ਪਾਸ਼ ਨੂੰ ਕਤਲ ਕਰ ਦਿੱਤਾ ਗਿਆ ਸੀ ਤਾਂ ਕਿ ਉਹਨਾਂ ਦੀ ਜਿਹੜੀ ਆਵਾਜ਼ ਹੈ ਉਸ ਨੂੰ ਦਬਾਇਆ ਜਾ ਸਕੇ। ਸੋ ਦੋਸਤੋ, ਜਦੋਂ ਆਪਾਂ ਇਹਨਾਂ ਦੀ ਗੱਲ ਕਰਦੇ ਹਾਂ ਤਾਂ ਇਹਨਾਂ ਦੇ ਵਿੱਚ ਜਿਹੜੇ ਵਿਚਾਰਧਾਰਕ ਤੌਰ ਤੇ ਸਾਂਝ ਤਾਂ ਦੋਨਾਂ ਦੇ ਵਿੱਚ ਦਿਖਦੀ ਹੀ ਹੈ। ਤੇ ਭਗਤ ਸਿੰਘ ਦਾ ਜਨਮ ਵੀ ਸਤੰਬਰ ਮਹੀਨੇ ਵਿੱਚ ਹੋਇਆ ਸੀ, ਸਤੰਬਰ 1907 ਨੂੰ। ਤੋਂ ਇਸੇ ਪ੍ਰਕਾਰ ਜਿਹੜਾ ਪਾਸ਼ ਦਾ ਜਨਮ ਹੈ ਤੇ ਇਹ ਵੀ ਸਤੰਬਰ ਮਹੀਨੇ ਦੇ ਵਿੱਚ ਹੋਇਆ ਸੀ, 9 ਸਤੰਬਰ 1950 ਨੂੰ। ਸੋ ਭਗਤ ਸਿੰਘ ਦੀ ਮੌਤ ਹੈ ਜਿਹੜੀ ਉਹ ਵੀ ਉਹਨਾਂ ਦੀ ਜਿਹੜੀ ਸ਼ਹੀਦੀ ਹੈ ਤੋਂ 23 ਮਾਰਚ 1931 ਨੂੰ ਹੁੰਦੀ ਹੈ ਤੇ ਜਿਹੜਾ ਪਾਸ਼ ਦਾ ਕਤਲ ਹੈ ਉਹ ਵੀ 23 ਮਾਰਚ 1988 ਨੂੰ ਹੁੰਦਾ ਹੈ। ਸੋ ਦੋਨਾਂ ਦਾ ਜਿਹੜਾ ਹੈ ਉਹ ਬਹੁਤ ਪ੍ਰਭਾਵ ਹੈ ਸਾਡੀ ਕਮਿਊਨਿਟੀ ਦੇ ਉੱਤੇ, ਸਾਡੀ ਪੰਜਾਬੀ ਸੱਭਿਆਚਾਰ ਦੇ ਉੱਤੇ। ਭਾਰਤ ਦੀ ਜਿਹੜੀ ਲੋਕ ਹੱਕਾਂ ਦੀ ਗੱਲ ਹੈ ਤਾਂ ਉਹਨਾਂ ਦੇ ਉੱਪਰ ਇਹਨਾਂ ਦੋਨਾਂ ਦਾ ਬੜਾ ਪ੍ਰਭਾਵ ਹੈ। ਸੋ ਇਸ ਕਰਕੇ ਜਿਹੜਾ ਅਸੀਂ ਅੱਜ ਦਾ ਇਹ ਪ੍ਰੋਗਰਾਮ ਹੈ ਇਹਨਾਂ ਨੂੰ ਸਮਰਪਿਤ ਕਰਦੇ ਹਾਂ। ਤਾਂ ਉਮੀਦ ਕਰਦੇ ਹਾਂ ਕਿ ਦੁਨੀਆ ਭਰ ਵਿੱਚ ਤੁਸੀਂ ਜਿੱਥੇ ਵੀ ਬੈਠੇ ਹੋਵੋਗੇ ਤੋਂ ਇਹਨਾਂ ਸ਼ਹੀਦ ਭਗਤ ਸਿੰਘ ਦਾ ਤੇ ਪਾਸ਼ ਦਾ ਜਿੱਥੇ ਦਿਨ ਮਨਾਓਗੇ ਤੇ ਉੱਥੇ ਇਹਨਾਂ ਬਾਰੇ ਜਾਣਨ ਦੀ ਵੀ ਕੋਸ਼ਿਸ਼ ਕਰੋਗੇ। ਸੋ ਦੋਸਤੋ, ਪਾਸ਼ ਦੀਆਂ ਜਿਹੜੀਆਂ ਕਿਤਾਬਾਂ ਨੇ ਉਹਨਾਂ ਬਾਰੇ ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹੁੰਦਾ। ਤੋਂ ਉਹਨਾਂ ਦੀ ਇੱਕ ਕਿਤਾਬ ਹੈ ਲੋਕ ਕਥਾ, ਜਿਹੜੀ ਕਾਫੀ ਮਸ਼ਹੂਰ ਹੋਈ ਸੀ। ਉਹਨਾਂ ਦੀ ਸਭ ਤੋਂ ਪਹਿਲੀ ਕਿਤਾਬ ਲੋਕ ਕਥਾ, ਉੜਦਿਆਂ ਬਾਜਾਂ ਮਗਰ, ਸਾਡੇ ਸਮਿਆਂ ਵਿੱਚ ਅਤੇ ਖਿਲਰੇ ਹੋਏ ਵਰਕੇ, ਇਹ ਉਹਨਾਂ ਦੀਆਂ ਕਿਤਾਬਾਂ ਨੇ। ਸੋ ਮੈਂ ਤੁਹਾਨੂੰ ਦੋਸਤੋ ਕੁਝ ਕਿਤਾਬਾਂ ਦਿਖਾਉਂਦਾ ਹਾਂ ਤਾਂ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਕਿਤਾਬਾਂ ਜੇ ਪੜ੍ਹਨ ਦਾ ਮੌਕਾ ਮਿਲਿਆ ਤਾਂ ਤੁਸੀਂ ਜ਼ਰੂਰ ਪੜ੍ਹੋਗੇ। ਸੋ ਆਹ ਜਿਹੜੀ ਕਿਤਾਬ ਹੈ ਉਹ ਸ਼ਹੀਦ ਆਜ਼ਮ ਭਗਤ ਸਿੰਘ ਦੀ ਜੇਲ੍ਹ ਡਾਇਰੀ, ਬਹੁਤ ਕਮਾਲ ਦੀ ਕਿਤਾਬ ਹੈ। ਇਹਦੇ ਵਿੱਚ ਉਹਨਾਂ ਦੀਆਂ ਚਿੱਠੀਆਂ ਵੀ ਹਨ, ਉਹਨਾਂ ਦੀ ਵਿਚਾਰਧਾਰਾ ਵੀ ਹੈ, ਉਹਨਾਂ ਦੀ ਗੱਲਬਾਤ ਵੀ ਹੈ। ਸੋ ਇਹ ਜਿਹੜੀ ਕਿਤਾਬ ਹੈ ਇਹਦੇ ਵਿੱਚ ਦੁਰਲੱਭ ਦਸਤਾਵੇਜ਼ ਉਹਨਾਂ ਨੇ ਲਿਖਿਆ ਕਿ ਦਿੱਤੇ ਗਏ ਨੇ। ਸੋ ਇਹ ਕਿਤਾਬ ਨੂੰ ਤਰਕ ਭਾਰਤੀ ਪ੍ਰਕਾਸ਼ਨ ਬਰਨਾਲਾ ਵੱਲੋਂ ਛਾਪਿਆ ਗਿਆ ਹੈ। ਤੁਸੀਂ ਉਹਨਾਂ ਨਾਲ ਸੰਪਰਕ ਕਰਕੇ ਜਿਹੜੀ ਇਹ ਕਿਤਾਬ ਹੈ ਉਹ ਲੈ ਸਕਦੇ ਹੋ। ਤੇ ਬੜੀ ਹੀ ਕਮਾਲ ਦੀ ਕਿਤਾਬ ਹੈ ਸ਼ਹੀਦ ਆਜ਼ਮ ਦੀ ਜੇਲ੍ਹ ਡਾਇਰੀ, ਸ਼ਹੀਦ ਆਜ਼ਮ ਦੀ ਜੇਲ੍ਹ ਡਾਇਰੀ। ਸੋ ਦੂਸਰੀ ਕਿਤਾਬ ਜਿਹੜੀ ਮੈਂ ਤੁਹਾਨੂੰ ਦਿਖਾ ਰਿਹਾ ਹਾਂ ਉਹ ਹੈ ਪਾਸ਼ ਕਾਵ। ਇਹਦੇ ਵਿੱਚ ਪਾਸ਼ ਦੀ ਸਮੁੱਚੀ ਕਵਿਤਾ ਇਸ ਕਿਤਾਬ ਦੇ ਵਿੱਚ ਹੈ। ਚਾਰੇ ਕਿਤਾਬਾਂ ਨੂੰ ਜਿਹੜਾ ਉਹ ਸੰਗ੍ਰਹਿਤ ਕੀਤਾ ਗਿਆ ਹੈ। ਸੋ ਚਾਰੇ ਕਿਤਾਬਾਂ ਤੁਸੀਂ ਇਸ ਦੇ ਵਿੱਚ ਪੜ੍ਹ ਸਕਦੇ ਹੋ। ਇਹ ਪਾਸ਼ ਯਾਦਗਾਰੀ ਟਰਸਟ ਵੱਲੋਂ ਜਿਹੜੀ ਕਿਤਾਬ ਹੈ ਇਹ ਛਾਪੀ ਗਈ ਹੈ। ਸੋ ਇਹ ਕਿਤਾਬ ਵੀ ਤੁਹਾਨੂੰ ਮਿਲੇ ਤਾਂ ਕਿ ਤੁਸੀਂ ਪਾਸ਼ ਦੀ ਜਿਹੜੀ ਸਾਰੀ ਪੋਇਟਰੀ ਆ ਉਹ ਪੜ੍ਹ ਸਕੋ, ਕਿਉਂਕਿ ਜਿਵੇਂ ਸ਼ੁਰੂ ਦੇ ਵਿੱਚ ਪਾਸ਼ ਦੀਆਂ 17 ਬੋਲੀਆਂ ਸੀ ਤੇ ਉਹਨਾਂ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਕਿਸ ਤਰ੍ਹਾਂ ਉਹ ਜ਼ਿੰਦਗੀ ਦੀ ਗੱਲ ਕਰਦਾ। ਤੋਂ ਇਸ ਕਿਤਾਬ ਦੇ ਵਿੱਚ ਸਾਰੀ ਜਿਹੜੀ ਗੱਲਬਾਤ ਹੈ ਉਹ ਇਸ ਤਰ੍ਹਾਂ ਕੀਤੀ ਗਈ ਹੈ। ਸੋ ਦੋਸਤੋ, ਪਿਛਲੇ ਦਿਨੀ ਅਸੀਂ ਮੁਬਾਰਕਬਾਦ ਦੇਣੇ ਚਾਹੁੰਦੇ ਹਾਂ। ਸੋ ਪਿਛਲੇ ਦਿਨੀ ਸਾਡੇ ਪ੍ਰਸਿੱਧ ਕਹਾਣੀਕਾਰ ਗੁਰਦੇਵ ਸਿੰਘ ਰੁਪਾਣਾ ਜੀ ਨੂੰ ਸਾਹਿਤ ਅਕਾਡਮੀ ਪੁਰਸਕਾਰ ਮਿਲਿਆ ਹੈ। ਤੋਂ ਉਹਨਾਂ ਦੀ ਪੁਸਤਕ ਆਮ ਖਾਸ ਲਈ, ਭਾਵੇਂ ਅਸੀਂ ਮਹਿਸੂਸ ਕਰਦੇ ਹਾਂ ਕਿ ਇਹ ਇਨਾਮ ਉਹਨਾਂ ਨੂੰ ਬਹੁਤ ਪਹਿਲਾਂ ਮਿਲ ਜਾਣਾ ਚਾਹੀਦਾ ਸੀ, ਲੇਕਿਨ ਤੁਹਾਨੂੰ ਭਾਰਤ ਦੇ ਵਿੱਚ ਪਤਾ ਹੀ ਹੈ ਕਿ ਜਦੋਂ ਇਨਾਮ ਸਨਮਾਨਾਂ ਦੀ ਗੱਲ ਆਉਂਦੀ ਹੈ ਸੋ ਕਿਸ ਤਰ੍ਹਾਂ ਜਿਹੜੇ ਹੈਗੇ ਨੇ ਉਹ ਜਿਹੜੇ ਯੋਗ ਬੰਦੇ ਹੁੰਦੇ ਨੇ ਉਹਨਾਂ ਨੂੰ ਕਈ ਵਾਰ
ਪਿੱਛੇ ਤੱਕ ਦਿੱਤਾ ਜਾਂਦਾ ਤੇ ਜਿਹੜੇ ਸਿਫਾਰਸ਼ੀ ਜਾਂ ਜੁਗਾੜੂ ਕਿਸਮ ਦੇ ਬੰਦੇ ਹੁੰਦੇ ਨੇ ਤੇ ਕਈ ਵਾਰ ਉਹ ਪੁਰਸਕਾਰ ਲੈ ਜਾਂਦੇ ਨੇ। ਲੇਕਿਨ ਫਿਰ ਵੀ ਜਿਵੇਂ ਕਹਿੰਦੇ ਨੇ ਕਿ ਦੇਰ ਆਏ ਦਰੁਸਤ ਆਏ, ਤੋਂ ਸਾਹਿਤ ਅਕਾਡਮੀ ਨੇ ਉਹਨਾਂ ਦੀ ਕਲਾ ਨੂੰ ਪਛਾਣਿਆ। ਉਹਨਾਂ ਦੀ ਪੁਸਤਕ ਆਮ ਖਾਸ ਲਈ ਜਿਹੜਾ ਇਹ ਪੁਰਸਕਾਰ ਦਿੱਤਾ ਗਿਆ ਤੇ ਇਸ ਵਕਤ ਰੁਪਾਣਾ ਸਾਹਿਬ ਦੀ ਉਮਰ 87 ਸਾਲ ਹੈ। ਉਹਨਾਂ ਦੀ ਕਦਰ ਪਾਈ ਗਈ ਹੈ ਤੇ ਸਮੁੱਚਾ ਜਿਹੜਾ ਪੰਜਾਬੀ ਸਾਹਿਤ ਜਗਤ ਹੈ ਉਹ ਇਸ ਸਾਹਿਤ ਅਕਾਡਮੀ ਦੇ ਫੈਸਲੇ ਤੋਂ ਬਹੁਤ ਖੁਸ਼ ਹੈ। ਤੇ ਅਸੀਂ ਅਦਾਰਾ ਸਮੇਲ ਵੱਲੋਂ, ਆਪਣੀ ਪੋਡਕਾਸਟ ਵੱਲੋਂ ਸੋ ਗੁਰਦੇਵ ਰੁਪਾਣਾ ਜੀ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦੇ ਹਾਂ। ਸੋ ਇਸ ਦੇ ਨਾਲ ਹੀ ਦੋਸਤੋ, ਸਾਹਿਤ ਅਕਾਡਮੀ ਜਿਹੜਾ ਪੁਰਸਕਾਰ ਹੈ ਉਹ ਕਿਸੇ ਨੌਜਵਾਨ ਕਵੀ ਨੂੰ ਜਾਂ ਨੌਜਵਾਨ ਲੇਖਕ ਨੂੰ ਦਿੱਤਾ ਜਾਂਦਾ ਹੈ। ਸੋ ਇਸ ਵਾਰ ਦਾ ਜਿਹੜਾ ਯੁਵਾ ਪੁਰਸਕਾਰ ਹੈ ਉਹ ਦੀਪਕ ਧਲੇਵਾ ਜੀ ਨੂੰ ਮਿਲਿਆ ਹੈ। ਇਹ ਨੌਜਵਾਨ ਜਿਹੜਾ ਹੈ, ਇਸ ਦੀ ਜਿਹੜੀ ਪੁਸਤਕ ਹੈ ਉਹ ਹੈਗੀ ਮਲਾਹਾਂ ਤੋਂ ਬਿਨਾਂ। ਇਸ ਨੂੰ ਦਿੱਤਾ ਗਿਆ ਹੈ। ਪੁਸਤਕ ਅਜੇ ਸਾਨੂੰ ਪ੍ਰਾਪਤ ਨਹੀਂ ਹੋਈ ਤੇ ਮੈਂ ਪੜ੍ਹੀ ਨਹੀਂ ਹੈ, ਸੋ ਇਸ ਲਈ ਮੈਂ ਕਹਿ ਨਹੀਂ ਸਕਦਾ ਕਿ ਕਿਸ ਤਰ੍ਹਾਂ ਹੈ। ਜੇ ਅਗਰ ਇਹ ਪੁਸਤਕ ਨੂੰ ਪੁਰਸਕਾਰ ਦਿੱਤਾ ਗਿਆ ਹੈ ਤਾਂ ਇਹ ਜਿਹੜੀ ਪੁਸਤਕ ਹੈ ਸੋ ਇਸ ਦੇ ਵਿੱਚ ਜਿਹੜੀਆਂ ਹਨ ਬਹੁਤ ਅੱਛੀਆਂ ਕਵਿਤਾਵਾਂ ਹੋਣਗੀਆਂ। ਤੁਹਾਨੂੰ ਇਹ ਕਿਤੇ ਵੀ ਮਿਲਦੀ ਹੈ ਤੁਸੀਂ ਜ਼ਰੂਰ ਪੜ੍ਹਨਾ ਤੇ ਫਿਰ ਸਾਨੂੰ ਵਿਚਾਰ ਵੀ ਦੇਣੇ। ਸੋ ਅਸੀਂ ਇਹਨਾਂ ਦੋਨਾਂ ਸਾਹਿਤਕਾਰਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦੇ ਹਾਂ। ਸੋ ਆਓ ਫਿਰ ਦੋਸਤੋ ਪ੍ਰੋਗਰਾਮ ਨੂੰ ਅੱਗੇ ਤੋਰਦੇ ਹਾਂ। ਸੋ ਪਿਛਲੇ ਦਿਨੀ ਤੁਸੀਂ ਜਾਣਦੇ ਹੀ ਹੋ ਕਿ 17 ਮਾਰਚ ਨੂੰ ਕੈਨੇਡਾ ਦੇ ਵਿੱਚ ਇਹ ਨਹੀਂ ਪੂਰੇ ਸੰਸਾਰ ਦੇ ਵਿੱਚ ਸੇਂਟ ਪੈਟਰਿਕ ਡੇ ਜਿਹੜਾ ਹੈ ਉਹ ਮਨਾਇਆ ਜਾਂਦਾ ਹੈ। ਸੇਂਟ ਪੈਟਰਿਕ ਜਿਹੜਾ ਹੈ ਉਹ ਆਇਰਲੈਂਡ ਦੇ ਵਿੱਚ ਪੈਦਾ ਹੋਇਆ। ਤਾਂ ਉਹਨਾਂ ਨੇ ਜਿਹੜਾ ਹੈ ਕ੍ਰਿਸਚੀਅਨ ਧਰਮ ਲਈ ਜਾਂ ਲੋਕਾਂ ਨੂੰ ਇਸ ਧਰਮ ਨੂੰ ਅਪਣਾਉਣ ਲਈ ਉਹਨਾਂ ਦਾ ਜਿਹੜਾ ਕੰਮ ਸੀ ਜਾਂ ਜਿਹੜੀ ਉਹਨਾਂ ਦੀ ਲੋਕ ਸੇਵਾ ਸੀ, ਇਸ ਕਰਕੇ ਉਹਨਾਂ ਨੂੰ ਜਿਹੜਾ ਹੈ ਉਹ ਸੇਂਟ ਦਾ ਜਿਹੜਾ ਦਰਜਾ ਦਿੱਤਾ ਗਿਆ। ਤੇ ਇਹ ਜਿਹੜੇ ਇਹਨਾਂ ਦਾ ਜਿਹੜਾ ਸਮਾਂ ਸੀ ਉਹ 385 ਈਸਵੀ ਤੋਂ ਲੈ ਕੇ 461 ਈਸਵੀ ਤੱਕ ਮੰਨਿਆ ਗਿਆ। ਸੋ ਇਹਨਾਂ ਕੋਲ ਜਿਹੜੀ ਵਿਸ਼ਵ ਦੀ ਉਪਾਧੀ ਸੀ, ਬਿਸ਼ਪ ਦੀ, ਤੇ ਜਿਸ ਕਰਕੇ ਇਹਨਾਂ ਦਾ ਬੜਾ ਸਤਿਕਾਰ ਕੀਤਾ ਜਾਂਦਾ ਸੀ। ਸੋ 17ਵੀਂ ਸਦੀ ਤੋਂ ਇਹ ਜਿਹੜਾ ਹੈ ਸੇਂਟ ਪੈਟਰਿਕ ਡੇ ਇਹ ਪੂਰੀ ਦੁਨੀਆ ਦੇ ਵਿੱਚ ਮਨਾਇਆ ਜਾਂਦਾ ਹੈ। ਤੋ ਆਇਰਿਸ਼ ਲੋਕ ਨੇ ਜਿਹੜੇ ਉਹ ਤਾਂ ਮਨਾਉਂਦੇ ਹੀ ਨੇ। ਸੋ ਲੇਕਿਨ ਸਾਰੀ ਦੁਨੀਆ ਜਿਹੜਾ ਹਰਾ ਰੰਗ ਹੈ ਉਹ ਪਹਿਨ ਕੇ ਮਨਾਉਂਦੀ ਹੈ। ਤੁਸੀਂ ਰੈਸਟੋਰੈਂਟਾਂ 'ਚ ਜਾਓ, ਬੜੀਆਂ ਰੌਣਕਾਂ ਲੱਗੀਆਂ ਹੁੰਦੀਆਂ ਨੇ, ਤੁਸੀਂ ਚੀਜ਼ਾਂ ਵੇਖੋ, ਤੁਸੀਂ ਲੋਕਾਂ ਦਾ ਪਹਿਰਾਵਾ ਵੇਖੋ। ਸੋ ਇਹ ਤੁਹਾਨੂੰ ਹਰਾ ਰੰਗ ਹਰ ਪਾਸੇ ਨਜ਼ਰ ਆਏਗਾ। ਸੋ ਇਹ ਦੋਸਤੋ ਜਿਹੜੇ ਤਿਉਹਾਰ ਹਨ ਇਹ ਜਿੱਥੇ ਵਿਅਕਤੀਆਂ ਨਾਲ ਜੁੜੇ ਹੁੰਦੇ ਨੇ ਉੱਥੇ ਇਹ ਸੱਭਿਆਚਾਰ ਨਾਲ ਵੀ ਜੁੜੇ ਹੁੰਦੇ ਨੇ। ਤੋ ਹਰਾ ਰੰਗ ਤੁਸੀਂ ਜਾਣਦੇ ਹੋ, ਤੁਸੀਂ ਸਾਡੇ ਕਿਸਾਨ ਉੱਥੇ ਧਰਨੇ ਤੇ ਬੈਠੇ ਨੇ ਦਿੱਲੀ ਦੇ ਆਲੇ ਦੁਆਲੇ, ਤੁਸੀਂ ਦੇਖਿਆ ਹੋਗਾ ਕਿ ਉਹਨਾਂ ਦੇ ਪੱਗਾਂ ਦੇ ਰੰਗ ਹਰੇ ਨੇ। ਸਾਡੀਆਂ ਮਾਤਾਵਾਂ ਜਿਹੜੀਆਂ ਉੱਥੇ ਪਹੁੰਚਦੀਆਂ ਨੇ, ਭੈਣਾਂ ਪਹੁੰਚਦੀਆਂ ਨੇ, ਉਹਨਾਂ ਦੇ ਚੁੰਨੀਆਂ ਦੇ ਰੰਗ ਹਰੇ ਨੇ। ਕਿਉਂ ਨੇ ਹਰੇ ਰੰਗ? ਕਿਉਂਕਿ ਜਿਹੜਾ ਹੈ ਉਹ ਫਸਲਾਂ ਨੇ, ਜਿਹੜੀਆਂ ਫਸਲਾਂ ਦੇ ਜਿਹੜੇ ਰੰਗ ਨੇ ਉਹ ਵੀ ਹਰੇ ਹੋਇਆ ਕਰਦੇ ਨੇ। ਤੇ ਇਸੇ ਤਰ੍ਹਾਂ ਜਿਹੜੇ ਦਰਖਤਾਂ ਦੇ ਪੱਤਿਆਂ ਦੇ ਰੰਗ ਨੇ ਉਹ ਵੀ ਹਰੇ ਹੁੰਦੇ ਨੇ। ਸੋ ਜਿਹੜਾ ਹਰਾ ਰੰਗ ਹੈ ਇਹ ਵਨਸਪਤੀ ਦਾ ਚਿੰਨ੍ਹ ਹੈ, ਸਾਡੀਆਂ ਫਸਲਾਂ ਦਾ ਚਿੰਨ੍ਹ ਹੈ। ਸੋ ਇਸ ਕਰਕੇ ਜਦੋਂ ਸਰਦ ਰੁੱਤ ਸਮਾਪਤ ਹੋ ਜਾਂਦੀ ਹੈ ਤੇ ਜਦੋਂ ਅਸੀਂ ਬਸੰਤ ਰੁੱਤ ਦੇ ਵਿੱਚ ਪ੍ਰਵੇਸ਼ ਕਰਦੇ ਹਾਂ ਤੇ ਸਾਰੇ ਪਾਸੇ ਜਿਹੜੀ ਹਰੇਵਾਈ ਆ ਉਹ ਹਰੀ ਚਾਦਰ ਹੈ ਜਿਹੜੀ ਉਹ ਪੂਰੀ ਧਰਤੀ ਤੇ ਵਿਛ ਜਾਂਦੀ ਹੈ। ਸੋ ਇਸ ਕਰਕੇ ਜਿਹੜਾ ਹੈ ਇਹ ਸੱਭਿਆਚਾਰ ਜਾਂ ਸਾਡੀਆਂ ਫਸਲਾਂ ਨਾਲ ਵੀ ਜੁੜਿਆ ਹੋਇਆ ਤਿਉਹਾਰ ਹੈ। ਤੇ ਇਹ ਸਪਰਿੰਗ ਸੀਜ਼ਨ ਹੈ ਜਿਹੜਾ ਜਾਂ ਬਸੰਤ ਰੁੱਤ ਹੈ ਉਸ ਦੀ ਆਮਦ ਦਾ ਸੰਕੇਤ ਕਰਦਾ ਹੈ। ਤੇ ਮੈਂ ਨਾਲ ਤੁਹਾਨੂੰ ਇਹ ਵੀ ਦੱਸਦੇ ਹਾਂ ਕਿ ਉੱਤਰੀ ਅਮਰੀਕਾ ਦੇ ਵਿੱਚ ਜਿਹੜੀ ਸਰਦ ਰੁੱਤ ਹੈ ਉਹ ਇਸ ਸ਼ੁੱਕਰਵਾਰ ਨੂੰ ਸਮਾਪਤ ਹੋ ਚੁੱਕੀ ਹੈ। ਸੇ 20 ਤਰੀਕ ਸ਼ਨੀਚਰਵਾਰ ਦਾ ਜਿਹੜਾ ਦਿਨ ਹੈ ਜਿਸ ਦਿਨ ਪ੍ਰੋਗਰਾਮ ਆ ਰਿਹਾ, ਤਾਂ ਅਸੀਂ ਜਿਹੜਾ ਹੈ ਉਹ ਬਸੰਤ ਰੁੱਤ ਦੇ ਵਿੱਚ ਪ੍ਰਵੇਸ਼ ਕਰ ਗਏ ਹਾਂ। ਤੋਂ ਇਸ ਦੇ ਨਾਲ ਨਾਲ ਹੀ ਹੁਣ ਅਸੀਂ ਦੇਖਾਂਗੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਦਰਖਤ ਨੇ ਜਿਹੜੇ ਉਹ ਪੱਤੇ ਕੱਢਣਗੇ, ਬਰਫਾਂ ਨੇ ਜਿਹੜੀਆਂ ਉਹ ਖੁਰ ਜਾਣਗੀਆਂ ਤੇ ਖੇਤਾਂ ਦੇ ਵਿੱਚ ਜਿਹੜੀ ਫਾਰਮਲੈਂਡ ਆ ਉਹ ਹਰੇ ਬਾਈ ਜਿਹੜੀ ਹੈਗੀ ਆ ਉੱਥੇ ਸਾਨੂੰ ਦਿਖਣੀ ਸ਼ੁਰੂ ਹੋ ਜਾਵੇਗੀ। ਤੇ ਹਰ ਪਾਸੇ ਜਿਹੜਾ ਇੱਕ ਬਹੁਤ ਵਧੀਆ ਮਾਹੌਲ ਹੈ ਜਿਹੜਾ ਉਹ ਸਾਨੂੰ ਮਹਿਸੂਸ ਹੋਵੇਗਾ। ਸੋ ਦੋਸਤੋ ਇਸ ਦੇ ਨਾਲ ਨਾਲ ਅਸੀਂ ਕੁਝ ਗੱਲਾਂ ਤੁਹਾਡੇ ਨਾਲ ਹੋਰ ਕਰਨੀਆਂ ਨੇ। ਤੇ ਪਿਛਲੇ ਦਿਨੀ ਸਾਡੇ ਇੱਕ ਬਹੁਤ ਹੀ ਨਾਮਵਰ ਕਵੀ ਪ੍ਰੋਫੈਸਰ ਇੰਦੇ ਜੀ ਸਾਨੂੰ ਅਲਵਿਦਾ ਆਖ ਗਏ ਨੇ। ਸੋ ਪ੍ਰੋਫੈਸਰ ਇੰਦੇ ਜੀ ਜਿੱਥੇ ਇੰਗਲਿਸ਼ ਦੀਆਂ ਕਵਿਤਾਵਾਂ ਲਿਖਦੇ ਸਨ ਤੇ ਉੱਥੇ ਉਹ ਪੰਜਾਬੀ ਦੇ ਵਿੱਚ ਵੀ ਕਵਿਤਾਵਾਂ ਵੀ ਲਿਖਦੇ ਸਨ ਅਤੇ ਲੇਖ ਵੀ ਲਿਖਦੇ ਸਨ। ਤੇ 13 ਮਾਰਚ ਨੂੰ ਦਿੱਲੀ ਦੇ ਇੱਕ ਹਸਪਤਾਲ ਦੇ ਵਿੱਚ ਉਹਨਾਂ ਨੇ ਅੰਤਮ ਸਵਾਸ ਲਿਆ। ਤੇ ਮੈਨੂੰ ਮਾਣ ਹੈ ਕਿ ਮੈਂ ਪ੍ਰੋਫੈਸਰ ਇੰਦੇ ਕੋ, ਜਿਨ੍ਹਾਂ ਦਾ ਪੂਰਾ ਨਾਮ ਪ੍ਰੋਫੈਸਰ ਇੰਦਰ ਸਿੰਘ ਸੀਗਾ, ਤੇ ਇੰਗਲਿਸ਼ ਪੜ੍ਹਦਾ ਰਿਹਾ ਤਾਂ ਮਾਲਵਾ ਕਾਲਜ ਦੇ ਵਿੱਚ ਉਹ ਪੜ੍ਹਾਉਂਦੇ ਸਨ। ਤੇ ਉਹਨਾਂ ਦੀ ਜਿਹੜੀ ਤਬੀਅਤ ਤੇ ਜਿਹੜੀ ਉਹਨਾਂ ਦਾ ਰਹਿਣ ਸਹਿਣ ਦਾ ਤਰੀਕਾ ਸੀ ਉਹ ਬੜਾ ਅਸੀਂ ਹੈਰਾਨ ਕਰਨ ਦੇਣ ਵਾਲਾ ਹੁੰਦਾ ਸੀ। ਸੋ ਉਹਨਾਂ ਦੀ ਸੰਗਤ ਨੂੰ ਮਾਨਣ ਦਾ
ਉਹਨਾਂ ਦੇ ਰਾਹੀਂ ਜਿਹੜਾ ਜਿਸ ਤਰ੍ਹਾਂ ਉਹ ਪੋਇਟਰੀ ਪੜ੍ਹਾਉਂਦੇ ਸੀ, ਜਿਸ ਤਰ੍ਹਾਂ ਉਹ ਡਰਾਮਾ ਪੜ੍ਹਾਉਂਦੇ ਸੀ, ਤੋਂ ਜਿਸ ਤਰ੍ਹਾਂ ਉਹ ਖੁੱਭ ਜਾਂਦੇ ਸੀ, ਤੋਂ ਉਹ ਉਹਨਾਂ ਦੀ ਸੰਗਤ ਮੰਨਣ ਦਾ ਤੇ ਉਹਨਾਂ ਦੇ ਵਿਦਿਆਰਥੀ ਰਹਿਣ ਦਾ ਜਿਹੜਾ ਮਾਣ ਹੈ ਉਹ ਸਾਨੂੰ ਵੀ, ਮੈਨੂੰ ਵੀ ਮਹਿਸੂਸ ਹੋਇਆ ਹੈ। ਸੋ ਉਹਨਾਂ ਦੇ ਜਿਹੜੇ ਕਾਫੀ ਚਾਹਣ ਵਾਲੇ ਨੇ ਤੇ ਉਹਨਾਂ ਨੇ ਅਫਸੋਸ ਸਾਡੇ ਤੱਕ ਪੁੱਜਦਾ ਕੀਤਾ ਹੈ। ਤੇ ਉਹਨਾਂ ਦੀਆਂ ਕਿਤਾਬਾਂ ਜਿਹੜੀਆਂ ਹਨ ਕੁਛ, ਉਹਨਾਂ ਬਾਰੇ ਮੈਂ ਤੁਹਾਨੂੰ ਦੱਸਾਂਗਾ। ਤੇ ਬੱਚਿਆਂ ਵਾਸਤੇ ਉਹਨਾਂ ਨੇ ਕਿਤਾਬਾਂ ਲਿਖੀਆਂ ਨੇ, ਅਸੀਂ ਉਡਾਂਗੇ, ਸਾਡੀ ਗੱਲ ਵੀ ਸੁਣੋ, ਮਾਏ ਨਹੀਂ ਮਾਏ, ਮੇਰੀ ਪਿੱਠ ਤੇ ਬਸਤਾ ਹੋ ਗਿਆ, ਤੇ ਉਹਨਾਂ ਦੇ ਹੋਰ ਵੀ ਬਹੁਤ ਸਾਰੇ ਲੇਖ ਨੇ। ਤੋ ਉਹ ਉਹਨਾਂ ਦੀਆਂ ਕਿਤਾਬਾਂ ਹਨ। ਤੇ ਇਸੇ ਪ੍ਰਕਾਰ ਪੰਜਾਬੀ ਸਾਹਿਤ ਦੇ ਵਿੱਚ ਕੁਝ ਨਵੀਆਂ ਕਿਤਾਬਾਂ ਆਈਆਂ ਨੇ, ਤੋ ਜਿਨ੍ਹਾਂ ਦੇ ਵਿੱਚ ਇੱਕ ਕਿਤਾਬ ਹੈ ਡਾਕਟਰ ਬਲਦੇਵ ਸਿੰਘ ਧਾਲੀਵਾਲ ਦੀ। ਸੋ ਜਿਸ ਤਰ੍ਹਾਂ ਆਪਾਂ ਜਾਣਦੇ ਹੀ ਹਾਂ ਕਿ ਉਹ ਬਹੁਤ ਅੱਛੇ ਆਲੋਚਕ ਨੇ ਤੇ ਪੰਜਾਬੀ ਕਹਾਣੀ ਤੇ ਉਹ ਅਕਸਰ ਲੇਖ ਲਿਖਦੇ ਰਹਿੰਦੇ ਨੇ। ਸੋ ਉਹਨਾਂ ਦੀ ਕਿਤਾਬ ਹੈ ਭੂ ਹੇਰਵੇ ਤੋਂ ਪਾਰ ਰਾਸ਼ਟਰਵਾਦ ਤੱਕ। ਸੋ ਇਹਦੇ ਵਿੱਚ ਉਹਨਾਂ ਨੇ ਜਿਹੜੀ ਪ੍ਰਵਾਸੀ ਕਹਾਣੀ ਹੈ, ਖਾਸ ਕਰਕੇ ਜਿਹੜੀ ਕੈਨੇਡਾ ਦੇ ਵਿੱਚ ਰਚੀ ਜਾ ਰਹੀ ਪੰਜਾਬੀ ਕਹਾਣੀ ਹੈ, ਤਾਂ ਉਸ ਦਾ ਜ਼ਿਕਰ ਜਿਹੜਾ ਹੈ ਉਹ ਉਚੇਚੇ ਤੌਰ ਤੇ ਕੀਤਾ ਹੈ। ਸੋ ਇਸ ਕਿਤਾਬ ਨੂੰ ਜਿਹੜਾ ਹੈ ਸਪਤਰਿਸ਼ੀ ਪ੍ਰਕਾਸ਼ਨ ਵੱਲੋਂ ਛਾਪਿਆ ਗਿਆ ਹੈ। ਸੋ ਮੈਂ ਇਸ ਦਾ ਜ਼ਿਕਰ ਇਸ ਕਰਕੇ ਚਾਹੁੰਦਾ ਹਾਂ, ਇਸ ਕਰਕੇ ਕਰਨਾ ਚਾਹੁੰਦਾ ਹਾਂ ਕਿਉਂਕਿ ਜਿਹੜੀ ਸਾਡੀ ਕੈਨੇਡੀਅਨ ਪੰਜਾਬੀ ਕਹਾਣੀ ਹੈ, ਇਹ ਪ੍ਰਵਾਸੀ ਕਹਾਣੀ ਦੇ ਵਿੱਚ ਸਭ ਤੋਂ ਅੱਗੇ ਜਿਹੜਾ ਹੈ ਇਸ ਦਾ ਜ਼ਿਕਰ ਹੁੰਦਾ ਹੈ। ਤੋ ਸਾਡੇ ਆਲੇ ਦੁਆਲੇ ਜਿਹੜੇ ਦੋਸਤ ਮਿੱਤਰ ਲਿਖ ਰਹੇ ਨੇ, ਤਾਂ ਮੈਂ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਉਹਨਾਂ ਨਾਲ ਗੱਲ ਕਰਾਂਗਾ। ਅਸੀਂ ਕੈਨੇਡੀਅਨ ਜਿਹੜੀ ਪੰਜਾਬੀ ਕਹਾਣੀ ਹੈ, ਜਿਹੜਾ ਕੈਨੇਡੀਅਨ ਜਾਂ ਪ੍ਰਵਾਸੀ ਸਾਹਿਤ ਦੇ ਵਿੱਚ ਕੈਨੇਡੀਅਨ ਸਾਹਿਤ ਦਾ ਕੀ ਸਥਾਨ ਹੈ, ਸੋ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਇਸ 'ਤੇ ਗੱਲਾਂ ਕਰਾਂਗੇ। ਸੋ ਅਸੀਂ ਜਿੱਥੇ ਡਾਕਟਰ ਬਲਦੇਵ ਸਿੰਘ ਧਾਲੀਵਾਲ ਨੂੰ ਮੁਬਾਰਕਬਾਦ ਦਿੰਦੇ ਹਾਂ ਇਸ ਕਿਤਾਬ ਦੀ, ਉੱਥੇ ਤੁਹਾਨੂੰ ਬੇਨਤੀ ਕਰਾਂਗੇ, ਭਾਵੇਂ ਤੁਸੀਂ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਰਹਿ ਰਹੇ ਹੋ, ਤਾਂ ਇਸ ਕਿਤਾਬ ਨੂੰ ਜ਼ਰੂਰ ਪੜ੍ਹੋ। ਤਾਂ ਇਸੇ ਪ੍ਰਕਾਰ ਸਾਡੇ ਬਹੁਤ ਹੀ ਚਰਚਿਤ ਲੇਖਕ ਨੇ ਜਰਨੈਲ ਸਿੰਘ ਸੇਖਾ ਸਾਹਿਬ, ਜਿਨ੍ਹਾਂ ਨੇ ਕਾਫੀ ਸਾਰੇ ਨਾਵਲ ਲਿਖੇ ਨੇ, ਤੁਸੀਂ ਜਾਣਦੇ ਹੀ ਹੋ। ਤਾਂ ਉਹਨਾਂ ਦੀ ਜਿਹੜੀ ਹੈ ਸਵੈ ਜੀਵਨੀ ਕੰਡਿਆਲੇ ਪੰਧ, ਉਹ ਵੀ ਆਈ ਹੈ, ਤਾਂ ਜਿਹਨੂੰ ਚੇਤਨਾ ਪ੍ਰਕਾਸ਼ਨ ਨੇ, ਚੇਤਨਾ ਪ੍ਰਕਾਸ਼ਨ ਲੁਧਿਆਣੇ ਵਾਲੇ ਸਤੀਸ਼ ਗੁਲਾਟੀ ਜੀ ਉਹਨਾਂ ਨੇ ਛਾਪਿਆ ਹੈ। ਤਾਂ ਅਸੀਂ ਪ੍ਰਕਾਸ਼ਕ ਨੂੰ ਅਤੇ ਜਰਨੈਲ ਸਿੰਘ ਸੇਖਾ ਜੀ ਦੋਨਾਂ ਨੂੰ ਮੁਬਾਰਕਬਾਦ ਦਿੰਦੇ ਹਾਂ ਕਿ ਚਲੋ ਇੱਕ ਬਹੁਤ ਵਧੀਆ ਜਿਹੜਾ ਯਤਨ ਹੈ ਉਹ ਆਇਆ, ਤੇ ਇਹਦੇ ਨਾਲ ਸਾਨੂੰ ਜਿਹੜਾ ਕਾਫੀ ਕੈਨੇਡਾ ਦਾ ਜੀਵਨ ਹੈ ਜਿਹੜਾ ਉਹਦੇ ਬਾਰੇ ਵੀ ਪਤਾ ਚੱਲੇਗਾ, ਤੇ ਜਰਨੈਲ ਸਿੰਘ ਸੇਖਾ ਦੀ ਜਿਹੜੀ ਆਪਣੇ ਜਿਹੜਾ ਉਹਨਾਂ ਦਾ ਸੰਘਰਸ਼ ਹੈ ਉਹਦੇ ਬਾਰੇ ਵੀ ਪਤਾ ਚੱਲੇਗਾ। ਤਾਂ ਉਸ ਦੇ ਨਾਲ ਨਾਲ ਮੈਂ ਤੁਹਾਨੂੰ 2-3 ਕਿਤਾਬਾਂ ਪ੍ਰੋਫੈਸਰ ਇੰਦੇ ਦੀਆਂ ਹੋਰ ਦੱਸਦਾ ਹਾਂ, ਤੇ ਜੇ ਤੁਹਾਨੂੰ ਕਿਤੋਂ ਮਿਲਣ ਤਾਂ ਜ਼ਰੂਰ ਪੜ੍ਹਨਾ। ਇੱਕ ਹੈ ਮਨ ਦਾ ਵਾਸੀ, ਇੱਕ ਹੈ 10 ਬਾਗਾਂ ਦਾ ਤੋਤਾ। ਇਹ ਕਿਤਾਬਾਂ ਜੇ ਤੁਹਾਨੂੰ ਕਿਤੋਂ ਮਿਲਣ ਤਾਂ ਉਹ ਜ਼ਰੂਰ ਪੜ੍ਹਨੀਆਂ। ਸੋ ਦੋਸਤੋ, ਇਸੇ ਪ੍ਰਕਾਰ ਅਸੀਂ ਇੱਕ ਹੋਰ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਚਾਹੁੰਦੇ ਹਾਂ। ਤੇ ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਕੋਵਿਡ ਨੇ ਬਹੁਤ ਸਾਰੇ ਲੋਕਾਂ ਨੂੰ ਸਾਡੇ ਤੋਂ ਵਿਛੋੜਿਆ ਹੈ। ਬਹੁਤ ਸਾਰੇ ਲੋਕ ਜੋ ਜ਼ਿੰਦਗੀ ਨੂੰ ਮਾਣ ਰਹੇ ਸੀ, ਤਾਂ ਅਚਾਨਕ ਜਿਵੇਂ ਕਹਿੰਦੇ ਨੇ ਅਚਿੰਤੇ ਬਾਜ ਪਏ, ਤਾਂ ਉਹ ਵਿਛੜੇ ਹਨ। ਤਾਂ ਅਸੀਂ ਜਿੱਥੇ ਉਹਨਾਂ ਨੂੰ ਸਾਰਿਆਂ ਨੂੰ ਸ਼ਰਧਾਂਜਲੀ ਪੇਸ਼ ਕਰਦੇ ਹਾਂ ਤੇ ਮਹਿਸੂਸ ਕਰਦੇ ਹਾਂ ਕਿ ਇਸ ਨਾਲ ਸਾਡੇ ਸਮਾਜ ਨੂੰ ਵੱਡਾ ਘਾਟਾ ਪਿਆ। ਤਾਂ ਇਸੇ ਤਰ੍ਹਾਂ ਸਰਦਾਰ ਕਰਮ ਸਿੰਘ ਪੂਨੀਆ ਸਾਡੇ ਇੱਥੇ ਬਰੈਂਪਟਨ ਦੇ ਨਿਵਾਸੀ ਸਨ, ਤੇ ਕਮਿਊਨਿਟੀ ਲੀਡਰ ਸਨ, ਇਲੈਕਸ਼ਨ ਵਿੱਚ ਵੀ ਖੜੇ, ਤੇ ਹਰ ਕਿਸੇ ਦੇ ਕੰਮ ਆਉਣ ਵਾਲੇ ਸਨ। ਤੇ ਭਾਵੇਂ ਉਹ ਏਅਰਪੋਰਟ ਦੇ ਮਸਲੇ ਹੋਣ, ਭਾਵੇਂ ਉਹ ਕਮਿਊਨਿਟੀ ਦੇ ਮਸਲੇ ਹੋਣ, ਸੋ ਮੂਹਰੇ ਖੜ੍ਹ ਕੇ ਉਹ ਜਿਹੜਾ ਹੈ ਉਹਦੇ ਲਈ ਸੰਘਰਸ਼ ਕਰਦੇ ਸੀ, ਲੋਕਾਂ ਦੇ ਹੱਕਾਂ ਲਈ ਸੰਘਰਸ਼ ਕਰਦੇ ਸੀ। ਸੋ ਉਹਨਾਂ ਨੂੰ ਇਸ 21 ਤਰੀਕ ਨੂੰ ਉਹਨਾਂ ਦੇ ਜਿਹੜੇ ਪਿਆਰੇ ਨੇ, ਉਹਨਾਂ ਨੂੰ ਜਿਹੜੇ ਚਾਹਣ ਵਾਲੇ ਨੇ, ਉਹਨਾਂ ਨੂੰ ਜਿਹੜੇ ਮੁਹੱਬਤ ਕਰਨ ਵਾਲੇ ਨੇ, ਉਹਨਾਂ ਵੱਲੋਂ ਯਾਦ ਕੀਤਾ ਜਾ ਰਿਹਾ ਹੈ। ਸੋ ਮੇਰੀ ਉਹਨਾਂ ਨਾਲ ਕਾਫੀ ਨਿਕਟਤਾ ਸੀ, ਬਚਪਨ ਅਸੀਂ ਇਕੱਠਿਆਂ ਨੇ ਗੁਜ਼ਾਰਿਆ ਤੇ ਇਕੱਠੇ ਪੜ੍ਹੇ, ਤੇ ਕਾਫੀ ਜਿਹੜਾ ਸਾਡਾ ਵਿਚਾਰ ਵਟਾਂਦਰਾ ਵੀ ਅਕਸਰ ਹੁੰਦਾ ਰਹਿੰਦਾ ਸੀ। ਸੋ ਅਸੀਂ ਬਹੁਤ ਉਹਨਾਂ ਦੇ ਜਾਣ ਦਾ ਜਿੱਥੇ ਦੁੱਖ ਮਹਿਸੂਸ ਕਰਦੇ ਹਾਂ, ਉੱਥੇ ਉਹਨਾਂ ਦੇ ਮਿੱਤਰਾਂ ਪਿਆਰਿਆਂ ਨੂੰ, ਪਰਿਵਾਰ ਨੂੰ, ਸਾਰਿਆਂ ਨੂੰ ਇਸ ਦੁੱਖ ਦੀ ਘੜੀ ਦੇ ਵਿੱਚ ਅਸੀਂ ਅਦਾਰਾ ਸਮੇਲ ਵੱਲੋਂ ਉਹਨਾਂ ਦੇ ਨਾਲ ਸ਼ਰੀਕ ਹਾਂ। ਤੇ ਕਰਮ ਸਿੰਘ ਪੂਨੀਆ ਦੇ ਜਿਹੜੇ ਕੰਮਾਂ ਕਰਕੇ ਉਹਨਾਂ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਸੋ ਦੋਸਤੋ, ਪ੍ਰੋਗਰਾਮ ਨੂੰ ਅੱਗੇ ਤੋਰਦੇ ਹਾਂ। ਅਸੀਂ ਸਭ ਤੋਂ ਪਹਿਲਾਂ ਉਹਨਾਂ ਲੋਕਾਂ ਦਾ, ਉਹਨਾਂ ਦੋਸਤਾਂ ਮਿੱਤਰਾਂ ਦਾ, ਉਹਨਾਂ ਸਹਿਯੋਗੀਆਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ, ਤੋ ਜਿਨ੍ਹਾਂ ਨੇ ਪ੍ਰੋਗਰਾਮ ਨੂੰ ਦੇਖਣ ਤੋਂ ਬਾਅਦ ਸਾਨੂੰ ਆਪਣੇ ਸੁਝਾਅ ਸੁਨੇਹੇ ਭੇਜੇ, ਅਤੇ ਉਹਨਾਂ ਦਾ ਵੀ ਸਾਰਿਆਂ ਦਾ ਧੰਨਵਾਦ ਕਰਨਾ ਚਾਹੁੰਦੇ ਹਾਂ ਜਿਨ੍ਹਾਂ ਨੇ ਪ੍ਰੋਗਰਾਮ ਨੂੰ ਸਬਸਕ੍ਰਾਈਬ ਕੀਤਾ ਅਤੇ ਨਾਲ ਦੀ ਨਾਲ ਲਾਈਕ ਬਟਨ ਜਿਹੜਾ ਹੈਗਾ ਉਹ ਦਬਾਇਆ, ਜਾਂ ਕਹਿ ਲਓ ਪਸੰਦ ਕੀਤਾ। ਦੋਸਤੋ, ਇਹ ਨਹੀਂ ਅਸੀਂ ਚਾਹੁੰਦੇ ਕਿ ਵੀ ਜੇ ਤੁਸੀਂ ਪ੍ਰੋਗਰਾਮ ਨੂੰ ਪਸੰਦ ਨਹੀਂ ਕਰਦੇ ਤਾਂ ਉਸਨੂੰ ਤੁਸੀਂ ਲਾਈਕ ਕਰੋ।
ਲਾਈਕ ਕਰਨ ਦਾ ਮਤਲਬ ਇਹ ਹੁੰਦਾ ਹੈ ਕਿ ਜੇ ਤੁਸੀਂ ਪ੍ਰੋਗਰਾਮ ਨੂੰ ਵੱਧ ਤੋਂ ਵੱਧ ਲਾਈਕ ਕਰਦੇ ਆ ਤਾਂ ਜਿਹੜਾ YouTube ਹੈ ਤੁਹਾਡੇ ਪ੍ਰੋਗਰਾਮ ਨੂੰ ਬਾਕੀ ਲੋਕਾਂ ਨੂੰ ਜ਼ਿਆਦਾ ਸੁਜੈਸਟ ਕਰਦਾ ਹੈ ਕਿ ਆਹ ਪ੍ਰੋਗਰਾਮ ਦੇਖੋ, ਡਿਸਪਲੇ ਕਰਦਾ ਹੈ। ਤਾਂ ਇਸ ਨਾਲ ਜਿਹੜਾ ਹੈਗਾ ਇੱਕ ਸਾਹਿਤਕ ਜਿਹੜਾ ਕਾਰਜ ਹੈ ਉਹ ਦੂਸਰੇ ਲੋਕਾਂ ਤੱਕ ਜਾਂਦਾ ਹੈ, ਕਿਉਂਕਿ ਜਦੋਂ ਵੀ ਤੁਸੀਂ YouTube ਖੋਲੋਗੇ, ਅਗਰ ਤੁਸੀਂ ਸਾਡਾ ਪ੍ਰੋਗਰਾਮ ਦੇਖੋਗੇ ਤਾਂ ਹਰੇਕ ਬੰਦਾ ਜਿਹੜਾ ਹੈ ਉਸ ਨੂੰ ਕਲਿੱਕ ਕਰਨ ਦੀ ਕੋਸ਼ਿਸ਼ ਕਰਦਾ ਹੈ। ਸੋ ਇਸ ਕਰਕੇ ਅਸੀਂ ਤੁਹਾਨੂੰ ਕਹਿੰਦੇ ਹਾਂ ਕਿ ਇਸ ਨੂੰ ਸਬਸਕ੍ਰਾਈਬ ਵੀ ਕਰੋ ਤੇ ਲਾਈਕ ਵੀ ਕਰੋ, ਤਾਂ ਕਿਉਂਕਿ ਇਹ ਚੀਜ਼ਾਂ ਦਾ ਜਿਹੜਾ ਹੈਗਾ ਕੋਈ ਵੀ ਤੁਹਾਨੂੰ ਕੋਈ ਪੇਮੈਂਟ ਨਹੀਂ ਹੈ, ਕੋਈ ਮੁਫਤ ਹਨ ਬਿਲਕੁਲ ਇਹ, ਤੇ ਨਾਲੇ ਤੁਹਾਡਾ ਜਿਹੜਾ ਹੈਗਾ ਉਹ ਤੁਹਾਡੀ ਜਾਣਕਾਰੀ ਦੇ ਵਿੱਚ ਵਾਧਾ ਹੁੰਦਾ ਹੈ। ਸੋ ਆਪਾਂ ਗੱਲ ਕਰ ਰਹੇ ਸੀ ਸੋ ਕਿ ਕਾਫੀ ਸਾਰੇ ਦੋਸਤਾਂ ਨੇ ਸਾਨੂੰ ਜਿਹੜਾ ਹੈ ਉਹ ਸੁਨੇਹੇ ਭੇਜੇ ਨੇ ਤੇ ਸਾਡਾ ਜਿਹੜਾ ਹੈ ਉਹ ਪ੍ਰੋਗਰਾਮ ਪਸੰਦ ਕੀਤਾ ਹੈ, ਤਾਂ ਉਹਦੇ ਵਿੱਚ ਅਸੀਂ ਕੁਛ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ। ਤੇ ਸੁਰੇਸ਼ ਰਤਨ ਜੀ ਉਹਨਾਂ ਨੇ ਸਾਨੂੰ ਪ੍ਰੋਗਰਾਮ ਨੂੰ ਪਸੰਦ ਵੀ ਕੀਤਾ ਹੈ, ਆਪਣੇ ਵੱਲੋਂ ਸੁਝਾਅ ਵੀ ਦਿੱਤੇ ਨੇ। ਉਹ ਬਹੁਤ ਅੱਛੇ ਵਿਦਵਾਨ ਵੀ ਨੇ। ਅਸੀਂ ਉਮੀਦ ਕਰਦੇ ਹਾਂ ਕਿ ਉਹ ਸਾਡੇ ਪ੍ਰੋਗਰਾਮ ਨਾਲ ਇਸੇ ਤਰ੍ਹਾਂ ਜੁੜੇ ਰਹਿਣਗੇ ਅਤੇ ਸਾਨੂੰ ਜਿਹੜੇ ਹਨ ਆਪਣੇ ਸੰਦੇਸ਼, ਆਪਣੀ ਰਾਏ ਸਾਡੇ ਤੱਕ ਪੁੱਜਦੀ ਕਰਦੇ ਰਹਿਣਗੇ। ਸੋ ਇਸੇ ਤਰ੍ਹਾਂ ਪ੍ਰੋਫੈਸਰ ਬਲਜੀਤ ਸਿੰਘ ਉਟਾਲ, ਉਹ ਮੇਰੇ ਜਮਾਤੀ ਵੀ ਨੇ ਤੇ ਬਹੁਤ ਅੱਛੇ ਅਧਿਆਪਕ ਵੀ ਨੇ ਤੇ ਪ੍ਰੋਗਰਾਮ ਨੂੰ ਪਸੰਦ ਕਰਦੇ ਨੇ, ਤੇ ਅਸੀਂ ਉਹਨਾਂ ਦਾ ਵੀ ਜਿਹੜਾ ਹੈਗਾ ਉਹ ਧੰਨਵਾਦ ਕਰਦੇ ਹਾਂ। ਇਸੇ ਤਰ੍ਹਾਂ ਹਰਜੀਤ ਸਿੰਘ ਦਿਓਲ ਸਾਹਿਬ, ਉਹ ਹਰ ਪ੍ਰੋਗਰਾਮ ਨੂੰ ਦੇਖਦੇ ਨੇ ਤੇ ਆਪਣੇ ਕੀਮਤੀ ਵਿਚਾਰ ਵੀ ਭੇਜਦੇ ਨੇ, ਉਹਨਾਂ ਦਾ ਵੀ ਧੰਨਵਾਦ। ਹਿੰਮਤ ਸਿੰਘ ਕੈਲੀਫੋਰਨੀਆ ਜੀ, ਉਹ ਵੀ ਸਾਡੇ ਪ੍ਰੋਗਰਾਮ ਨੂੰ ਵੇਖਦੇ ਨੇ ਤੇ ਪਸੰਦ ਕਰਦੇ ਨੇ। ਸੋ ਇਸੇ ਤਰ੍ਹਾਂ ਬਲਜੀਤ ਕੌਰ ਦਿੱਲੀ ਤੇ ਸੋਨੀ ਸਮਰਾਲਾ, ਤੇ ਇਹਨਾਂ ਨੇ ਪ੍ਰੋਗਰਾਮ ਨੂੰ ਪਸੰਦ ਕੀਤਾ ਹੈ। ਤਾਂ ਭੁਪਿੰਦਰ ਸਿੰਘ ਮੱਲੀ ਸਾਹਿਬ, ਇਹ ਵੀ ਸਾਨੂੰ ਅਕਸਰ ਜਿਹੜਾ ਹੈ ਇਸ ਪ੍ਰੋਗਰਾਮ ਦੇ ਵਿੱਚ ਆਪਣੇ ਜਿਹੜੇ ਸੁਨੇਹੇ ਨੇ ਉਹ ਪਹੁੰਚਾਉਂਦੇ ਨੇ। ਸੋ ਮੱਲੀ ਸਾਹਿਬ ਨੇ ਸਾਨੂੰ ਸੁਨੇਹਾ ਦਿੱਤਾ ਹੈ ਕਿ ਸਰਬ ਕਲਾ ਰਾਈਟਰਜ਼ ਕਲੱਬ ਕੈਲਗਰੀ ਜਿਹੜਾ ਹੈ ਉਸ ਦੇ ਵੱਲੋਂ ਕਾਫੀ ਸਾਰੇ ਪ੍ਰੋਗਰਾਮ ਕਰਵਾਏ ਜਾਂਦੇ ਨੇ। ਸੋ ਜਿਸ ਤਰ੍ਹਾਂ ਦੇ ਨਾਂ ਤੋਂ ਹੀ ਸਪਸ਼ਟ ਹੈ ਕਿ ਸਰਬ ਕਲਾ ਮਤਲਬ ਭਾਵੇਂ ਉਹ ਕਲਾ ਦੀ ਕਿਸੇ ਵੀ ਖੇਤਰ ਨਾਲ ਜੁੜਿਆ ਹੋਇਆ ਕੰਮ ਹੈ, ਸੰਗੀਤ ਹੈ, ਪੇਂਟਿੰਗ ਹੈ, ਲੇਖਣੀ ਹੈ, ਤਾਂ ਉਹ ਸਾਰੇ ਤੇ ਇਹ ਜਿਹੜੀ ਸੰਸਥਾ ਉਹ ਕੰਮ ਕਰਦੀ ਹੈ। ਤਾਂ ਇਹਨਾਂ ਨੇ ਬਹੁਤ ਅੱਛੇ ਸੰਗੀਤ ਪ੍ਰੋਗਰਾਮ ਕਰਵਾਏ ਨੇ। ਸੋ ਜਿਨ੍ਹਾਂ ਦੀਆਂ ਵੀਡੀਓਜ਼ ਮੱਲੀ ਸਾਹਿਬ ਨੇ ਸਾਡੇ ਚੈਨਲ ਲਈ ਭੇਜੀਆਂ ਨੇ, ਕਦੇ ਆਉਣ ਵਾਲੇ ਵਕਤ ਦੇ ਵਿੱਚ ਅਸੀਂ ਤੁਹਾਨੂੰ ਜ਼ਰੂਰ ਜਿਹੜੀਆਂ ਹਨ ਦਿਖਾਵਾਂਗੇ। ਸੋ ਇਸ ਵਾਰ ਜਿਹੜਾ ਸਰਬ ਕਲਾ ਰਾਈਟਰਜ਼ ਕਲੱਬ ਹੈ ਇਹ 30 ਅਪ੍ਰੈਲ ਨੂੰ ਕਵਿਤਾ ਮੁਕਾਬਲੇ ਕਰਵਾ ਰਿਹਾ ਹੈ। ਤਾਂ ਪ੍ਰੋਗਰਾਮ ਦਾ ਨਾਮ ਹੈ ਮੇਰਾ ਕਲਾਮ। ਸੋ ਇਸ ਦੇ ਵਿੱਚ ਤੁਸੀਂ ਰਜਿਸਟਰ ਹੋ ਸਕਦੇ ਹੋ ਤੇ ਤੁਹਾਨੂੰ ਫਸਟ, ਸੈਕੰਡ, ਥਰਡ ਜਿਹੜਾ ਪੁਰਸਕਾਰ ਹੈ ਉਹ ਮਿਲ ਸਕਦਾ ਹੈ। ਸੋ ਇਹਨਾਂ ਦਾ ਨੰਬਰ ਹੈ 4037011760 4037011760 ਤੋਂ ਜਾਂ ਫਿਰ sarvkala.radio@gmail.com ਤੇ ਤੁਸੀਂ ਮੇਲ ਕਰ ਸਕਦੇ ਹੋ। ਉਹਨਾਂ ਨੂੰ ਆਪਣੀ ਜਿਹੜੀ ਹੈ ਸੰਦੇਸ਼ ਭੇਜ ਸਕਦੇ ਹੋ ਤੇ ਆਪਣਾ ਜਿਹੜਾ ਨਾਂ ਹੈ ਰਜਿਸਟਰ ਕਰਵਾ ਸਕਦੇ ਹੋ। ਸੋ ਮੱਲੀ ਸਾਹਿਬ ਨੇ ਦੱਸਿਆ ਹੈ ਕਿ ਜਿਹੜੀਆਂ 2-3 ਕਿਤਾਬਾਂ ਜਿਨ੍ਹਾਂ ਦਾ ਜ਼ਿਕਰ ਆਪਾਂ ਪਹਿਲਾਂ ਵੀ ਪ੍ਰੋਗਰਾਮਾਂ 'ਚ ਕਰ ਚੁੱਕੇ ਹਾਂ, ਭਾਵੇਂ ਉਹ ਪੰਜਾਬ ਦੀਆਂ ਵਾਹੀਆਂ ਨੇ, ਭਾਵੇਂ ਪੰਜਾਬ ਦੇ ਸੰਗੀਤਕਾਰ ਨੇ, ਤੋਂ ਆਉਣ ਵਾਲੇ ਦਿਨਾਂ ਵਿੱਚ ਆ ਰਹੀਆਂ ਨੇ। ਤੇ ਇਸੇ ਤਰ੍ਹਾਂ ਜਿਹੜੀ ਰਵੀਸ਼ ਕੁਮਾਰ ਦੀ ਕਿਤਾਬ ਹੈ ਉਹ ਵੀ ਤਕਰੀਬਨ ਜਿਹੜੀ ਲਗਭਗ ਉਹ ਤਿਆਰ ਹੋ ਚੁੱਕੀ ਆ, ਬੋਲ ਬੰਦੇ ਆ, ਤਾਂ ਉਹ ਵੀ ਆ ਰਹੀ ਆ। ਸੋ ਅਸੀਂ ਵਿਰਾਸਤ ਫਾਊਂਡੇਸ਼ਨ ਨੂੰ, ਮੱਲੀ ਸਾਹਿਬ ਨੂੰ ਜਿੱਥੇ ਮੁਬਾਰਕਬਾਦ ਦਿੰਦੇ ਹਾਂ ਤੇ ਉੱਥੇ ਇਹਨਾਂ ਕਿਤਾਬਾਂ ਦੀ ਉਡੀਕ ਕਰਦੇ ਹਾਂ। ਜਿਉਂ ਹੀ ਸਾਡੇ ਕੋਲ ਕਿਤਾਬਾਂ ਪਹੁੰਚ ਗਈਆਂ ਤੇ ਅਸੀਂ ਇਹਨਾਂ ਦੇ ਰਿਵਿਊ ਵੀ ਕਰਾਂਗੇ ਅਤੇ ਤੁਹਾਨੂੰ ਦੱਸਾਂਗੇ ਵੀ ਕਿ ਜਿਹੜੀਆਂ ਇਹ ਕਿਤਾਬਾਂ ਨੇ ਕਿੱਥੋਂ ਪ੍ਰਾਪਤ ਹੋ ਸਕਦੀਆਂ ਨੇ। ਸੋ ਦੋਸਤੋ, ਪ੍ਰੋਗਰਾਮ ਦਾ ਜਿਹੜਾ ਸਮਾਂ ਸਮਾਪਤੀ ਵੱਲ ਹੈ ਤੇ ਅਸੀਂ ਪ੍ਰੋਗਰਾਮ ਦੇ ਅੰਤ ਦੇ ਵਿੱਚ ਤੁਹਾਨੂੰ ਇਹੀ ਕਹਾਂਗੇ ਕਿ ਤੁਸੀਂ ਦੁਨੀਆ ਦੇ ਕਿਸੇ ਵੀ ਹਿੱਸੇ ਵਿੱਚ ਬੈਠੇ ਹੋ, ਸੋ ਇਸ 23 ਮਾਰਚ ਦੇ ਦਿਨ ਨੂੰ ਆਪਣੇ ਬੱਚਿਆਂ ਨਾਲ ਸਾਂਝਾ ਕਰੋ। ਤਾਂ ਇਸ ਨੂੰ ਭੁੱਲਣਾ ਨਹੀਂ। ਤੇ ਇਹ ਦਿਨ ਜਿਹੜਾ ਹੈ ਸ਼ਹੀਦ ਦੇ ਆਜ਼ਮ ਸਰਦਾਰ ਭਗਤ ਸਿੰਘ ਦਾ ਸ਼ਹੀਦੀ ਦਿਨ ਹੈ ਅਤੇ ਲੋਕ ਕਵੀ ਪਾਸ਼ ਦਾ ਵੀ ਵਿਦਾਇਗੀ ਇਸੇ ਦਿਨ ਹੋਈ ਸੀ, ਉਹਨਾਂ ਦਾ ਵੀ ਇਹ ਸ਼ਹੀਦੀ ਦਿਨ ਹੈ। ਤਾਂ ਉਹ ਵੀ ਇਸੇ ਦਿਨ ਸਾਡੇ ਤੋਂ ਵਿਛੜੇ ਸਨ। ਸੋ ਇਹਨਾਂ ਦੋਨਾਂ ਦੀਆਂ ਕਿਤਾਬਾਂ ਜ਼ਰੂਰ ਪੜ੍ਹੋ, ਭਾਵੇਂ ਭਗਤ ਸਿੰਘ ਦੀ ਜੇਲ੍ਹ ਡਾਇਰੀ ਹੈ ਜਾਂ ਉਹਨਾਂ ਦੇ ਕੁਛ ਲੇਖ ਹਨ ਜਿਨ੍ਹਾਂ ਦੇ ਵਿੱਚ ਇੱਕ ਹੈ ਮੈਂ ਨਾਸਤਿਕ ਕਿਉਂ ਹਾਂ, ਉਹਨਾਂ ਦੀ ਉਹ ਕਾਫੀ ਜਿਹੜੀ ਪੜ੍ਹਨ ਵਾਲੀ ਕਿਤਾਬ ਹੈ। ਸੋ ਜਿੱਥੋਂ ਵੀ ਇਹਨਾਂ ਨਾਲ ਸੰਬੰਧਿਤ ਤੁਹਾਨੂੰ ਜਾਣਕਾਰੀ ਮਿਲਦੀ ਹੈ ਤਾਂ ਜ਼ਰੂਰ ਪੜ੍ਹ ਕੇ ਆਪਣੇ ਬੱਚਿਆਂ ਨਾਲ ਸਾਂਝੇ ਕਰੋ, ਤਾਂ ਕਿ ਸਾਡੀਆਂ ਜਿਹੜੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਉਹ ਇਹਨਾਂ ਨੂੰ ਜਾਣ ਸਕਣ। ਸੋ ਕੈਨੇਡਾ ਦੇ ਵਿੱਚ ਪਹਿਲਾਂ ਜਿਹੜੇ ਦਿਨ ਨੇ ਵੱਡੀ ਪੱਧਰ ਤੇ ਮਨਾਏ ਜਾਂਦੇ ਸੀ,
ਤੁਹਾਨੂੰ ਯਾਦ ਹੋਵੇਗਾ ਕਿ ਭਾਵੇਂ ਈਸਟ ਇੰਡੀਅਨ ਵਰਕਰਸ ਐਸੋਸੀਏਸ਼ਨ ਹੋਵੇ, ਤੋਂ ਹਰ ਸਾਲ ਜਿਹੜੇ ਦਿਨ ਮਨਾਇਆ ਕਰਦੀ ਸੀ ਤੇ ਬੜੇ ਕਮਾਲ ਦੇ ਪ੍ਰੋਗਰਾਮ ਹੁੰਦੇ ਸੀ। ਸੋ ਇਸੇ ਤਰ੍ਹਾਂ ਇੰਡੀਅਨਜ਼ ਵਰਕਰਸ ਐਸੋਸੀਏਸ਼ਨ ਉਹ ਵੀ ਭਗਤ ਸਿੰਘ ਉਹਨਾਂ ਦੇ ਦਿਨ ਮਨਾਇਆ ਕਰਦੀ ਸੀ। ਸੋ ਅਦਾਰਾ ਸੰਵਾਦ ਭਗਤ ਸਿੰਘ ਤੇ ਪਾਸ਼ ਦਾ ਦਿਨ ਹਰ ਸਾਲ ਮਨਾਇਆ ਕਰਦਾ ਸੀ। ਤੋ ਲੇਕਿਨ ਦੋਸਤੋ ਕੁਝ ਕੁ ਸਮੇਂ ਤੋਂ ਜਿਹੜਾ ਕੋਵਿਡ ਦਾ ਪ੍ਰਕੋਪ ਹੈ ਉਹਨੇ ਸਾਰੀਆਂ ਸਰਗਰਮੀਆਂ ਨੂੰ ਜਿਹੜੀ ਠੱਪ ਕੀਤਾ ਹੋਇਆ ਹੈ। ਸੋ ਭਾਵੇਂ ਵਰਚੁਅਲ ਪ੍ਰੋਗਰਾਮ ਹੋ ਰਹੇ ਨੇ, ਆਨਲਾਈਨ ਪ੍ਰੋਗਰਾਮ ਹੋ ਰਹੇ ਨੇ, ਤੁਸੀਂ ਇਹਨਾਂ ਨਾਲ ਜੁੜ ਸਕਦੇ ਹੋ। ਤੋ ਜਾਂ ਤੁਸੀਂ ਟੈਲੀਫੋਨ ਤੇ ਛੋਟੀਆਂ ਮੀਟਿੰਗਾਂ ਰਾਹੀਂ ਕਿਸੇ ਵੀ ਤਰੀਕੇ ਇੱਕ ਦੂਸਰੇ ਨਾਲ ਸਾਂਝ ਪਾ ਸਕਦੇ ਹੋ। ਸੋ ਉਮੀਦ ਕਰਦਾ ਹਾਂ ਤੁਸੀਂ ਅੱਜ ਦੇ ਪ੍ਰੋਗਰਾਮ ਨੂੰ ਪਸੰਦ ਕੀਤਾ ਹੋਵੇਗਾ। ਸੋ ਜੇ ਕੋਈ ਗਲਤੀ ਹੋ ਗਈ ਹੋਵੇ ਤਾਂ ਸਾਨੂੰ ਮਾਫ ਕਰਨਾ, ਤੇ ਤੁਹਾਡੇ ਤੋਂ ਜਿਹੜਾ ਸਹਿਯੋਗ ਹੈ ਉਹਦੀ ਸਾਨੂੰ ਇਸੇ ਤਰ੍ਹਾਂ ਆਸ ਬਣੀ ਰਹੇਗੀ। ਸੋ ਪ੍ਰੋਗਰਾਮ ਨੂੰ ਸਬਸਕ੍ਰਾਈਬ ਵੀ ਕਰਨਾ ਤੇ ਪਸੰਦ ਵੀ ਕਰਨਾ, ਲਾਈਕ ਬਟਨ ਦਬਾਉਣਾ, ਤੇ ਇਹ ਪ੍ਰੋਗਰਾਮ ਜਿਹੜਾ ਹੈਗਾ ਉਹ ਹਰ ਸ਼ਨੀਚਰਵਾਰ ਨੂੰ ਤੁਹਾਡੇ ਤੱਕ ਪੁੱਜਦਾ ਰਹੇਗਾ। ਕੋਸ਼ਿਸ਼ ਸਾਡੀ ਇਹੋ ਹੀ ਹੋਵੇਗੀ। ਸੋ ਇੱਥੇ ਹੀ ਮੇਜਰ ਮੰਕ ਨੂੰ ਇਜਾਜ਼ਤ ਦਿਓ। ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਅਦਬ ਸਤਿਕਾਰ ਨਾਲ ਸਤਿ ਸ੍ਰੀ ਅਕਾਲ।